ਸਤਿ ਸ਼੍ਰੀ ਅਕਾਲ। ਤੁਸੀਂ ਲੋਕਰਾਜ ਚੈਨਲ ਪੰਜਾਬੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਅਸੀਂ ਗੱਲਬਾਤ ਕਰਾਂਗੇ ਕਿਸਾਨਾਂ ਦੇ ਦਿੱਲੀ ਅੰਦੋਲਨ ਬਾਰੇ। ਇਸ ਤੋਂ ਇਲਾਵਾ ਪੰਜਾਬੀ ਗਾਇਕਾਂ ਦੀ ਭੂਮਿਕਾ, ਸਿਆਸੀ ਲੀਡਰਾਂ ਦੀ ਭੂਮਿਕਾ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ, ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਇਸ ਦੇ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਬਣਾਉਂਦਿਆਂ ਹੀ ਰਾਮ ਰਹੀਮ ਦੇ ਖਿਲਾਫ ਰਾਮ ਰਹੀਮ ਦੇ ਹੱਕ ਦੇ ਵਿੱਚ ਜਿਹੜਾ ਮਤਾ ਦਿੱਤਾ ਗਿਆ ਸੀਗਾ ਉਸ ਨੂੰ ਰੱਦ ਕੀਤਾ ਗਿਆ। ਪੁਰਾਣਾ ਮਤਾ ਸੀ, ਉਸ ਉੱਤੇ ਵੀ ਗੱਲਬਾਤ ਕਰਾਂਗੇ। ਤੇ ਦਿੱਲੀ ਦੇ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਇੱਕ ਵਿਅਕਤੀ ਵੱਲੋਂ ਜੋ ਬੇਅਦਬੀ ਕੀਤੀ ਗਈ ਤੜਕਸਾਰ, ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਦਿੱਲੀ ਅੰਦੋਲਨ ਬੁਰਾੜੀ ਜਾਣ ਦੇ ਲਈ ਕਿਸਾਨ ਜਿਹੜੇ ਨੇ ਉਹਨਾਂ ਦੇ ਵਿੱਚ ਦੁਚਿੱਤੀ ਜੀ ਪੈਦਾ ਹੋਈ ਹੈ। ਉਗਰਾਹਾਂ ਵਾਲੀ ਜਥੇਬੰਦੀ ਕਹਿੰਦੀ ਹੈ ਕਿ ਅਸੀਂ ਜੰਤਰ ਮੰਤਰ ਤੱਕ ਜਾਵਾਂਗੇ। ਇਹ ਸਭ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਜਿਹੜਾ ਜਥੇਬੰਦੀਆਂ ਦਾ ਫੈਸਲਾ ਹੈ ਉਹ ਇਕੱਠੇ ਮਿਲ ਕੇ ਲਿਆ ਜਾਏਗਾ। ਹੁਣ ਚੱਲ ਰਿਹਾ ਹਾਲੇ ਫਿਲਹਾਲ ਜਿਹੜਾ ਉਹਨਾਂ ਦਾ ਆਪਸੀ ਮੀਟਿੰਗ ਚੱਲ ਰਹੀ ਹੈ, ਗੱਲਬਾਤ ਚੱਲ ਰਹੀ ਹੈ ਬਾਕੀ ਜਥੇਬੰਦੀਆਂ ਸਾਰਿਆਂ ਦੇ ਰਲ ਕੇ। ਉਗਰਾਹਾਂ ਜਿਹੜਾ ਧੜਾ ਹੈਗਾ ਉਹਨੇ ਪਹਿਲਾਂ ਹੀ ਫੈਸਲਾ ਸੁਣਾ ਦਿੱਤਾ ਦੋ ਟੁੱਕ ਕੇ, ਉਹ ਤਾਂ ਜੰਤਰ ਮੰਤਰ 'ਤੇ ਧਰਨਾ ਦੇਗਾ, ਬੁਰਾੜੀ ਨਹੀਂ ਜਾਏਗਾ। ਅਤੇ ਫੈਸਲਾ ਉਹਨਾਂ ਦਾ ਅਟੱਲ ਹੈ। ਪਹਿਲਾਂ ਵੀ ਦੇਖਿਆ ਹੀ ਹੈ ਕਿ ਇੱਕ ਦੋ ਥਾਵਾਂ 'ਤੇ ਉਹ ਹਮੇਸ਼ਾ ਹੀ ਦੂਜੇ ਜਥੇਬੰਦੀਆਂ ਥੋੜ੍ਹਾ ਲੱਗ ਚੱਲ ਰਹੇ ਨੇ। ਅਤੇ ਬਾਕੀ ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਕਹਿਣਾ ਇਹੀ ਆ ਕਿ ਜਦੋਂ ਰੋਸ ਪ੍ਰਦਰਸ਼ਨ ਹੈ ਜਿਹੜਾ ਸ਼ਾਂਤਮਈ ਤਰੀਕੇ ਨਾਲ ਆ, ਅਤੇ ਬਾਕੀ ਜੇ ਕੋਈ ਜਥੇਬੰਦੀ ਜਾਂ ਕੋਈ ਸੰਘਰਸ਼ ਕਰਨ ਵਾਲੇ ਲੋਕ ਜੇ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਥਾਂ ਉਹ ਨਿਸ਼ਚਿਤ ਕੀਤੀ ਗਈ ਆ। ਉਹ ਥਾਂ ਹੀ ਇੱਦਾਂ ਦੀ ਹੈ ਕਿ ਉਹਨੂੰ ਉੱਥੇ ਜਾ ਕੇ ਉਹ ਰੋਸ ਪ੍ਰਦਰਸ਼ਨ ਕਰ ਸਕਦਾ। ਤਾਂ ਕਿਸਾਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ? ਇਹਨਾਂ ਨੂੰ ਪਹਿਲਾਂ ਹੀ ਦਿੱਲੀ ਤੋਂ ਬਾਹਰ ਵਾਲਾ ਏਰੀਆ ਜਿਹੜਾ ਉਹ ਕਿਉਂ ਦਿੱਤਾ ਜਾ ਰਿਹਾ ਹੈ? ਅਤੇ ਉਹ ਕਹਿਣ ਦਾ ਭਾਵ ਇਹ ਹੈ ਕਿ ਕਿਸਾਨਾਂ ਦੇ ਜਿਹੜੇ ਆਗੂ ਨੇ ਯੂਨੀਅਨਾਂ ਦੇ, ਉਹਨਾਂ ਦੇ ਮਨ 'ਚ ਸਿੱਧੀ ਗੱਲ ਇਹ ਜਾ ਰਹੀ ਹੈ ਕਿ ਜਿਹੜੀ ਸਰਕਾਰ ਦੀ ਮਨਸ਼ਾ ਹੈਗੀ ਉਹ ਸਾਫ਼ ਨਹੀਂ ਹੈਗੀ। ਉਹ ਗੱਲਬਾਤ ਨਹੀਂ ਕਰਨਾ ਚਾਹੁੰਦੇ, ਉਹ ਨਰਮੀ ਦਾ ਰੁਖ ਨਹੀਂ ਅਪਣਾਉਣਾ ਚਾਹ ਰਹੇ। ਉਹ ਠੀਕ ਹੈ, ਉਹਨਾਂ ਨੇ ਕਿਸਾਨਾਂ ਦਾ ਇਕੱਠ, ਉਹਨਾਂ ਦਾ ਰੋਹ ਦੇਖਦਿਆਂ ਰਸਤਾ ਤਾਂ ਦੇਤਾ, ਇੱਕ ਤਰ੍ਹਾਂ ਇਜਾਜ਼ਤ ਵੀ ਦੇਤੀ, ਲੇਕਿਨ ਉਹਨਾਂ ਨੇ ਕਿਹਾ ਕਿ ਬਾਹਰ ਜਾ ਕੇ ਬੈਠੋ, ਉੱਥੇ ਬੈਠੇ ਰਹਿਣ। ਉਹਨਾਂ ਨੂੰ ਕੀ ਫਰਕ ਪੈਣਾ? ਜਿੱਥੇ ਉਹਨਾਂ ਦਾ ਆਉਣ ਜਾਣਾ, ਜਿੱਥੇ ਪ੍ਰਭਾਵਿਤ ਹੋਣਾ ਜਾਂ ਉਹਨਾਂ ਨੂੰ ਦਿਖਣਾ ਕੁਛ ਕਿ ਰੋਸ ਪ੍ਰਦਰਸ਼ਨ ਹੋ ਰਿਹਾ ਜਾਂ ਮੀਡੀਆ ਜਾਊਗੀ ਜਾਂ ਆਮ ਲੋਕ ਦੇਖਣਗੇ ਅਤੇ ਆਮ ਲੋਕਾਂ ਦੇ ਉੱਤੇ ਪ੍ਰਭਾਵ ਪਾਊਗਾ ਉਹ ਸੰਘਰਸ਼। ਸਰਕਾਰ ਦੇ ਖਿਲਾਫ ਆਵਾਜ਼ ਉੱਠਣੀ ਸ਼ੁਰੂ ਹੋਏਗੀ। ਆਮ ਲੋਕ ਜਾਣੇਗਾ ਕਿ ਇਹ ਇਕੱਠ ਕਿਉਂ ਹੈ, ਇੱਥੇ ਕਿਉਂ ਫਿਰਦੇ ਨੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਿਸਾਨ, ਇਹ ਕਿਉਂ ਸਰਕਾਰ ਇਹਨਾਂ ਨੂੰ ਅਣਗੌਲਿਆ ਕਰ ਰਹੀ ਹੈ, ਅਤੇ ਸਰਕਾਰ ਦੇ ਖਿਲਾਫ ਆਵਾਜ਼ ਉੱਠਣੀ ਸ਼ੁਰੂ ਹੋਏਗੀ, ਵੱਡੀ ਹੋਰ ਗਿਣਤੀ ਵਧੇਗੀ। ਉਹ ਚੀਜ਼ਾਂ ਤੋਂ ਪਰੇ ਰੱਖਣਾ ਚਾਹੁੰਦਾ ਕਿ ਇੱਕ ਥਾਂ 'ਤੇ ਬੈਠੇ ਰਹੋ, ਬੈਠ ਕੇ ਉੱਠ ਕੇ ਚਲੇ ਜਾਣਗੇ 10-20 ਦਿਨ ਲਾ ਕੇ। ਸੋ ਇਸ ਦੇ ਉੱਤੇ ਜਿਹੜਾ ਹੈਗਾ ਲਗਾਤਾਰ ਜਥੇਬੰਦੀਆਂ ਨੇ, ਜਿਹੜੀਆਂ ਯੂਨੀਅਨਾਂ ਦੇ ਆਗੂ ਨੇ, ਉਹ ਲਗਾਤਾਰ ਮੀਟਿੰਗ ਕਰ ਰਹੇ ਨੇ, ਵਿਚਾਰ ਚਰਚਾ ਕਰ ਰਹੇ ਨੇ, ਔਰ ਬਹੁਤੀਆਂ ਧਿਰਾਂ ਇਸ ਨਾਲ ਸਹਿਮਤ ਨਹੀਂ ਕਿ ਬੁਰਾੜੀ ਦੇ ਥਾਂ 'ਤੇ ਜਾ ਕੇ ਕੋਈ ਧਰਨਾ ਲਾਇਆ ਜਾਵੇ। ਬਿਲਕੁਲ, ਕਿਤੇ ਨਾ ਕਿਤੇ ਕਿਸਾਨਾਂ ਦੇ ਵੀ ਆਪਾਂ ਗੱਲਾਂ ਸੁਣ ਰਹੇ ਹਾਂ, ਕਿਸਾਨਾਂ ਦੀਆਂ ਲਗਾਤਾਰ ਬਾਈਟ ਸਾਹਮਣੇ ਆ ਰਹੀਆਂ। ਕਿਸਾਨਾਂ ਨੂੰ ਸ਼ੰਕਾ ਇਸ ਗੱਲ ਦਾ ਹੋ ਰਿਹਾ ਹੈ ਕਿ ਜਦੋਂ ਪੰਜਾਬ ਤੋਂ ਹਰਿਆਣੇ ਦੇ ਵਿੱਚ ਐਂਟਰ ਹੋਏ, ਹਰਿਆਣੇ ਦੇ ਇੱਕ ਨਾਕੇ ਨੂੰ ਤੋੜਨ 'ਚ ਕਿੰਨੀ ਮੁਸ਼ਕਲ ਆਈ, ਕਿਸ ਤਰ੍ਹਾਂ ਦੇ ਬੈਰੀਕੇਡ ਲਗਾਏ ਗਏ, ਸੜਕਾਂ ਪੱਟ ਦਿੱਤੀਆਂ ਗਈਆਂ, ਅਤੇ ਹੁਣ ਜੇ ਦਿੱਲੀ ਦੇ ਵਿੱਚ ਸੁਖਾਲਾ ਜਿਹਾ ਰਾਹ ਉਹਨਾਂ ਨੇ ਨਾਲ ਦੀ ਨਾਲ ਦੇ ਦਿੱਤਾ, ਕਿਸਾਨਾਂ ਦੇ ਰੋਹ ਨੂੰ ਦੇਖਦੇ ਉਹਦੇ ਉੱਤੇ ਵੀ ਸ਼ੱਕ ਹੁੰਦਾ ਵੀ ਕਿਤੇ ਸਰਕਾਰ ਘਬਰਾ ਤਾਂ ਨਹੀਂ ਗਈ ਹੈ ਕਿ ਇਹਨਾਂ ਨੂੰ ਖੂੰਜੇ ਲਾ ਦਿੱਤੋ, ਬਰਾੜੀ ਵਾਲੇ ਪਾਸੇ ਬਿਠਾ ਦਈਏ। ਨਹੀਂ, ਘਬਰਾਉਣਾ ਤਾਂ ਦੇਖੋ ਸੁਖਵਿੰਦਰ ਜੀ, ਇਹ ਜਾਇਜ਼ ਹੀ ਹੈ। ਕੋਈ ਪੰਜਾਬ ਦਾ ਇਕੱਲੇ ਦਾ ਇਕੱਠ ਤਾਂ ਨਹੀਂ ਗਾ। ਦਿੱਲੀ ਨੂੰ ਚੌਤਰਫਾ ਜੇ ਇੱਕ ਤਰ੍ਹਾਂ ਨਾਲ ਘੇਰਾਬੰਦੀ ਕੀਤੀ ਹੈ, ਜਿਵੇਂ ਪੰਜਾਬ ਦੀ ਇਹਨਾਂ ਨੇ ਸਰਕਾਰ ਨੇ ਕੀਤੀ ਸੀ, ਰੇਲ ਗੱਡੀਆਂ ਨਾ ਚਲਾ ਕੇ ਜਾਂ ਆਰਥਿਕ ਪੈਕੇਜ ਨਾ ਦੇ ਕੇ, ਜਿੱਦਾਂ GST ਰੋਕੀ ਪਹਿਲਾਂ, ਜਾਂ ਅੱਗੇ ਜਾ ਕੇ ਮਾਲ ਗੱਡੀਆਂ ਨਹੀਂ ਚਲਾਈਆਂ, ਜਾਂ ਕਹਿੰਦੇ ਪੈਸੰਜਰ ਗੱਡੀਆਂ ਚਲਾਓ ਤਾਂ ਦੇਵਾਂਗੇ ਜੀ, ਇੱਦਾਂ ਦੀ ਆਰਥਿਕ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਹੁਣ ਦੇਸ਼ ਭਰ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਦਿੱਲੀ ਦਾ ਘਿਰਾਓ ਕਰਨਾ ਸ਼ੁਰੂ ਕੀਤਾ ਆ, ਅਤੇ ਇਸ ਰੋਹ ਨੂੰ ਦੇਖ ਕੇ ਘਬਰਾਉਣਾ ਤਾਂ ਹੈ ਹੀ ਹੈ ਨਾ। ਅਤੇ ਉਹ ਚੀਜ਼ਾਂ ਸਾਰੀਆਂ ਇਫੈਕਟ ਤਾਂ ਪਾਉਂਦੀਆਂ ਨੇ। ਹੁਣ ਅੱਗੇ ਜਾ ਕੇ ਜਿਹੜਾ ਇੱਕ ਤਰ੍ਹਾਂ ਦਾ ਦਿੱਲੀ ਦੇ ਉੱਤੇ ਅਸਰ ਪੈਣਾ, ਚਾਰੇ ਪਾਸਿਓਂ ਜੇ ਉਹਦੇ ਹਾਈਵੇ ਰੋਕ ਦਿੱਤੇ ਗਏ ਹੈ, ਤਾਂ ਜੋ ਸਮਾਨ ਰੋਜ਼ਾਨਾ ਦੇ ਰੋਜ਼ਮਰਾ ਦੀ ਜ਼ਿੰਦਗੀ ਦੀ ਜ਼ਰੂਰਤਾਂ ਨੇ, ਜਾਂ ਹੋਰ ਖਾਸ ਕਰ ਰਾਜਨੀਤਿਕ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਪ੍ਰੋਬਲਮ ਆਉਣੀਆਂ ਨੇ, ਉਹਨਾਂ ਦੀ ਅੱਗੇ ਵੋਟਾਂ ਵੀ ਆਉਣੀਆਂ ਨੇ, ਲੋਕਾਂ ਦੇ ਵਿੱਚ ਵਿਚਰਨਾ ਵੀ ਹੈਗਾ, ਆਮ ਲੋਕਾਂ ਦੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ, ਆਮ ਲੋਕ ਕੀ ਸੋਚਣਗੇ ਇਸ ਬਾਰੇ ਵੀ, ਕਿਉਂ ਨਾਕੇਬੰਦੀ ਕੀਤੀ ਜਾ ਰਹੀ ਆ। ਕਿਉਂਕਿ ਸੋਸ਼ਲ ਮੀਡੀਆ ਤੋਂ ਇਲਾਵਾ ਜੇ ਜਿਹੜਾ ਨੈਸ਼ਨਲ ਮੀਡੀਆ ਸੀ ਉਹ ਫਿਲਹਾਲ ਚੁੱਪ ਸੀਗਾ, ਔਰ ਜੇ ਹੁਣ ਵੀ ਨੈਸ਼ਨਲ ਮੀਡੀਆ ਨੇ ਕਿਤੇ ਮਾੜੀ ਮੋਟੀ ਆਵਾਜ਼ ਉਠਾਉਣੀ ਸ਼ੁਰੂ ਕੀਤੀ ਹੈ ਤਾਂ ਉਹ ਵੀ ਕਿਸਾਨਾਂ ਦੇ ਅੰਦੋਲਨ ਦੇ ਖਿਲਾਫ ਹੀ ਚੱਲ ਰਿਹਾ ਫਿਲਹਾਲ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਜਨਤਕ ਤੌਰ 'ਤੇ ਲਿਆਉਣ ਦੇ ਲਈ ਕਿਸਾਨਾਂ ਨੂੰ ਜ਼ੋਰ ਤਾਂ ਲਾਉਣਾ ਪੈ ਰਿਹਾ।
ਤੇ ਕਿਸਾਨ ਤਾਂ ਇਹ ਚਾਹੁੰਦੇ ਨੇ ਕਿ ਸਾਡਾ ਘਰ ਘਰ ਸਾਡੀ ਇੱਕ ਸਟੇਟ 'ਚ ਨਹੀਂ ਪੂਰੇ ਦੇਸ਼ ਦੇ ਵਿੱਚ ਘਰ ਘਰ ਆਵਾਜ਼ ਪਹੁੰਚ ਜੇ। ਲੇਕਿਨ ਸਰਕਾਰ ਕਦੋਂ ਚਾਹੇਗੀ ਇਹ? ਸੋ ਸਰਕਾਰ ਨੇ ਘਬਰਾਉਣਾ ਵੀ ਹੈ, ਰੋਕਣਾ ਵੀ ਹੈ, ਲਾਰੇ ਵੀ ਲਾਉਣੇ ਨੇ। ਹੁਣ ਤੁਸੀਂ ਦੇਖ ਹੀ ਰਹੇ ਹੋ ਲੋਕਾਂ ਦਾ ਰੋਹ ਦੇਖ ਕੇ, ਕਿਸਾਨਾਂ ਦਾ ਰੋਹ ਦੇਖ ਕੇ, ਕਿਸਾਨ ਜਿਹੜੇ ਉਹਨਾਂ ਦਾ ਸੰਘਰਸ਼ ਦੇਖ ਕੇ, ਅੰਦੋਲਨ ਦੇਖ ਕੇ ਸਰਕਾਰ ਦੇ ਅੰਦਰ ਕੋਈ ਨਰਮੀ ਜਾਂ ਕਹਿ ਲਓ ਕਿ ਘਬਰਾਹਟ ਕਰਕੇ ਆਈ ਹੈ ਜਾਂ ਕਿਸੇ ਤਰੀਕੇ ਆਈ ਹੈ। ਤੇ ਬਕਾਇਦਾ ਤੌਰ 'ਤੇ ਜਿਹੜੇ ਖੇਤੀ ਮੰਤਰੀ ਨੇ ਉਹ ਕਹਿ ਰਹੇ ਨੇ ਕਿ ਗੱਲਬਾਤ ਲਈ ਹਰ ਹੱਲ ਨਿਕਲ ਜਾਂਦਾ, ਆਪਾਂ ਗੱਲਬਾਤ ਕਰਦੇ ਹਾਂ, ਅੰਦੋਲਨ ਛੱਡੋ। ਖੱਟਰ ਜਿਹੜਾ ਸੜਕਾਂ ਪੱਟ ਰਹੇ ਸੀਗੇ, ਇੱਕ ਤਰ੍ਹਾਂ ਨਾਲ ਪਬਲਿਕ ਪ੍ਰੋਪਰਟੀ ਦਾ ਨੁਕਸਾਨ ਕੀਤਾ, ਉਹਦੇ ਲਈ ਐਕਟ ਤਾਂ ਬਣਿਆ ਹੋਇਆ, ਪਰ ਇਹ ਸਰਕਾਰ 'ਤੇ ਕਾਰਵਾਈ ਹੁੰਦੀ ਹੈ ਨਹੀਂ ਹੁੰਦੀ ਉਹ ਦੇਖਣਾ ਪਏਗਾ। ਉਹ ਰਾਹ ਰੋਕ ਰਹੇ ਸੀ, ਵੱਡੇ ਵੱਡੇ ਪੱਥਰ ਲਾ ਰਹੇ ਸੀ, ਬੈਰੀਕੇਡ ਲਾ ਰਹੇ ਸੀ, ਔਰ ਬਕਾਇਦਾ ਤੌਰ 'ਤੇ ਪੰਜਾਬ ਕਾਂਗਰਸ ਨੂੰ ਵੀ ਕਹਿ ਰਹੀ ਸੀ ਸਰਕਾਰ ਜਿਹੜੀ ਹੈਗੀ ਉਹ ਆਪਣਾ ਅੰਦੋਲਨ ਚਲਾ ਰਹੀ ਹੈ, ਕਿਸਾਨਾਂ ਦਾ ਅੰਦੋਲਨ ਨਹੀਂ ਹੈਗਾ, ਇਹ ਗੁੰਮਰਾਹ ਕਰ ਰਹੀ ਹੈ। ਤੇ ਹੁਣ ਉਹ ਗੱਲ ਕਰਦੇ ਨੇ ਕਿ ਆ ਕੇ ਕਿ ਆ ਜਾਓ ਗੱਲਬਾਤ ਲਈ ਅਸੀਂ ਤਿਆਰ ਹਾਂ। ਕਿਹਨਾਂ ਨੂੰ ਨਿਯੋਤਾ ਦੇ ਰਹੇ ਨੇ, ਕਿਹਨਾਂ ਨੂੰ ਸੱਦਾ ਦੇ ਰਹੇ ਨੇ, ਇਹ ਦੱਸਣ ਖੱਟਰ। ਜੇ ਘਬਰਾਹਟ ਹੈਗੀ ਹੈ ਤਾਂ ਹੀ ਹੈ ਨਾ ਇਹ ਗੱਲ, ਨਹੀਂ ਤਾਂ ਕਿਸਾਨਾਂ ਦਾ ਉਹਨਾਂ ਨੂੰ ਤਾਂ ਪਤਾ ਹੀ ਸੀ ਜਿਵੇਂ ਸ਼ਹੀਨ ਬਾਗ ਦਾ ਹੋਇਆ ਇੱਦਾਂ ਇਹ ਬੈਠ ਕੇ ਤੁਰ ਜਾਣਗੇ, ਕੋਈ ਗੱਲ ਨਹੀਂ ਹੈਗੀ। ਲੇਕਿਨ ਚਰਤਰਫਾ ਪਾਸੋਂ ਦੇਸ਼ ਭਰ ਦਾ ਅੰਦੋਲਨ ਹੈ, ਇਕੱਲੇ ਪੰਜਾਬ ਦਾ ਅੰਦੋਲਨ ਨਹੀਂ। ਸੋ ਕਿਸਾਨ ਜਿਹੜੀਆਂ ਜਥੇਬੰਦੀਆਂ ਨੇ ਇਕਮੁੱਠ ਨੇ ਔਰ ਇਹਦਾ ਪ੍ਰਭਾਵ ਜ਼ਰੂਰ ਪਏਗਾ ਹੀ ਪਏਗਾ ਜੀ। ਇਹਦੇ ਵਿਚਾਲੇ ਆਪਾਂ ਜੇ ਸਿਆਸੀ ਲੋਕਾਂ ਨੂੰ ਦੇਖੀਏ ਤਾਂ ਕਈਆਂ ਨੂੰ ਤਾਂ ਆਪਣੀ ਕੁਰਸੀ ਦਾ ਡਰ ਸਤਾ ਰਿਹਾ। ਕਈ ਲੀਡਰ ਜਿਹੜੇ ਨੇ ਉਹ ਦਿੱਲੀ ਤੱਕ ਪਹੁੰਚੇ, ਆਮ ਆਦਮੀ ਪਾਰਟੀ ਦੇ ਜਾਂ ਹੋਰ ਵਿਰੋਧੀ ਧੜਿਆਂ ਦੇ ਵਿੱਚੋਂ। ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਟਵੀਟ ਜੰਗ ਚੱਲ ਰਹੀ ਹੈ ਉਹਨਾਂ ਦੀ ਹਰਿਆਣਾ ਸਰਕਾਰ ਦੇ ਨਾਲ। ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਸਾਹਿਬ ਨੂੰ, ਹੋਮ ਮਿਨਿਸਟਰੀ ਤੱਕ ਜਿਹੜਾ ਉਹ ਟਵੀਟ ਕਰਕੇ ਉਹਨਾਂ ਨੂੰ ਕਹਿ ਰਹੇ ਨੇ ਕਿ ਇਸ ਤਰ੍ਹਾਂ ਕਿਸਾਨਾਂ ਨਾਲ ਨਹੀਂ ਹੋਣਾ ਚਾਹੀਦਾ, ਇਹ ਧੱਕਾ ਆ। ਸੁਖਦੇਵ ਸਿੰਘ ਢੀਂਡਸਾ ਜਿਹੜੇ ਨੇ ਉਹ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚ ਕਰਦੇ ਨੇ ਕਿ ਮਨੁੱਖੀ ਅਧਿਕਾਰਾਂ ਦੇ ਨਾਲ ਜਿਹੜਾ ਉਹ ਘਾਣ ਕੀਤਾ ਜਾ ਰਿਹਾ। ਇਹਨੂੰ ਸਾਰਿਆਂ ਨੂੰ ਕਿੱਦਾਂ ਦੇਖਦੇ ਹੋ ਕਿ ਲੀਡਰਾਂ ਨੂੰ ਸਿਰਫ ਆਪਣੀ ਸਿਆਸਤ ਚਮਕਾਉਣ ਤੱਕ ਮਤਲਬ ਹੈ? ਬਿਲਕੁਲ ਸਾਫ਼ ਹੀ ਜ਼ਾਹਿਰ ਹੈ ਸੁਖਵਿੰਦਰ ਜੀ। ਇਹ ਤਾਂ ਲੀਡਰਾਂ ਨੂੰ ਲੀਡਰ ਬਣੇ ਕੌਣ ਬਣੇ ਨੇ, ਕੌਣ ਲੋਕ ਨੇ ਉਹ ਜੋ ਲੀਡਰ ਬਣੇ, ਕਿਹਨਾਂ ਨੇ ਬਣਾਏ ਨੇ? ਇਹ ਪੁੱਛਣਾ ਚਾਹੀਦਾ ਇਹਨਾਂ ਨੂੰ ਕਿ ਤੁਸੀਂ ਜਾ ਕੇ ਸਿਰਫ ਫੋਟੋਆਂ ਖਿਚਾ ਕੇ ਜਥੇ ਭੇਜਣ ਜੋਗੇ ਹੀ ਹੋ, ਆਪ ਘਰਾਂ 'ਚ ਆਰਾਮ ਕਰ ਰਹੇ ਹੋ, ਜਾਂ ਬਿਆਨ ਦੇਣ ਜੋਗੇ ਹੀ ਹੋ, ਟਵੀਟ ਕਰਨ ਜੋਗੇ ਹੀ ਹੋ। ਪੰਜਾਬ ਦੇ ਨਾਲ ਬਾਕੀ ਸਟੇਟਾਂ ਜਿਹੜੀਆਂ ਕਿਸਾਨ ਯੂਨੀਅਨਾਂ ਦੇ ਨਾਲ ਜਿੱਥੇ ਕਿਸਾਨ ਯੂਨੀਅਨਾਂ ਸਰਗਰਮ ਹੋਈਆਂ ਨੇ, 500 ਦੇ ਕਰੀਬ ਕਿਸਾਨ ਜਥੇਬੰਦੀਆਂ ਨੇ, ਜਿਨ੍ਹਾਂ ਸਟੇਟਾਂ ਦੀਆਂ ਹੈਗੀਆਂ ਨੇ, ਉਹਨਾਂ ਦੇ ਸਾਰਿਆਂ ਦੇ MLA MPs ਬਾਹਰ ਨਿਕਲਦੇ, ਉਹ ਆ ਕੇ ਦਿੱਲੀ ਬੈਠਦੇ, ਧਰਨੇ 'ਤੇ ਬੈਠਦੇ ਆ ਕੇ ਇਕੱਠੇ ਹੋ ਕੇ ਕਿ ਅਸੀਂ ਬੈਠੇ ਹਾਂ ਰਾਮਲੀਲਾ ਗਰਾਊਂਡ 'ਚ ਜਾਂ ਜਿੱਥੇ ਵੀ ਉਹਨਾਂ ਨੂੰ ਥਾਂ ਦਿੱਤੀ ਜਾਂਦੀ ਕਿ ਅਸੀਂ ਬੈਠੇ ਹਾਂ ਕੜਕਦੀ ਠੰਡ ਦੇ ਵਿੱਚ, ਚਾਹੇ ਮੀਂਹ ਪੈਂਦਾ, ਚਾਹੇ ਧੁੱਪ ਪੈਂਦੀ ਹੈ, ਚਾਹੇ ਠੰਡ ਗਿਰਦੀ ਹੈ, ਜੋ ਮਰਦੀ ਹੈ, ਅਸੀਂ ਖੜ੍ਹੇ ਹਾਂ, ਕਿਸਾਨਾਂ ਦੇ ਨਾਲ ਬੈਠੇ ਹਾਂ। ਇਹਨਾਂ ਲੋਕਾਂ ਨੇ ਜੋ ਮਜ਼ਦੂਰ ਕਿਸਾਨ ਨੇ ਜਾਂ ਮਜ਼ਦੂਰ ਨੇ ਕਿਸਾਨ ਨੇ ਜੋ ਰਲ ਕੇ ਸੰਘਰਸ਼ ਕਰ ਰਹੇ ਨੇ, ਇਹਨਾਂ ਲੋਕਾਂ ਨੇ ਸਾਨੂੰ ਕੁਰਸੀਆਂ ਬਖਸ਼ੀਆਂ ਨੇ, ਸਾਨੂੰ ਤਾਜ ਬਖਸ਼ੇ ਨੇ। ਅਸੀਂ ਇਹਨਾਂ ਕਰਕੇ ਅੱਜ ਬੈਠ ਨਹੀਂ ਸਕਦੇ। ਉਹ ਬਿਆਨ ਦੇਣ ਜੋਗੇ ਹੀ ਨੇ। ਇਹ ਸਿਆਸਤ ਦਾ ਇੱਕ ਕਹਿ ਲਓ ਡਰਾਮੇਬਾਜ਼ੀ, ਇਹ ਸਿਆਸਤ ਚਮਕਾਈ ਜਾ ਰਹੀ ਹੈ, ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਲਈ ਹੋੜ ਲੱਗੀ ਪਈ ਹੈ ਇਹਨਾਂ ਸਿਆਸੀ ਪਾਰਟੀਆਂ ਦੇ ਵਿੱਚ ਵੀ ਕਿਹੜਾ ਅੱਗੇ ਆ ਕੇ ਇਹ ਲਾਹਾ ਲੈ ਲਵੇ। ਬਸ ਇਹ ਸੰਘਰਸ਼ ਸੀ ਜਿਹੜਾ ਹੈਗਾ ਉਹਨਾਂ ਦੇ ਨਾਂ 'ਤੇ ਹੀ ਵੱਜ ਜੇ। ਇਹ ਡਰਾਮੇਬਾਜ਼ੀਆਂ ਗ੍ਰਿਫਤਾਰੀਆਂ ਦੇਣ ਦਾ ਮਤਲਬ ਕੀ ਹੈ? ਤੁਸੀਂ ਸਗੋਂ ਗ੍ਰਿਫਤਾਰੀਆਂ ਤੋਂ ਬਚੋ। ਤੁਸੀਂ ਕਹੋਗੇ ਅਸੀਂ ਜਿੱਥੇ ਤੁਸੀਂ ਧਰਨਾ ਲਾ ਰਹੇ ਅਸੀਂ ਤੇ ਪਹੁੰਚਾਂਗੇ, ਮੂਹਰੇ ਬੈਠਾਂਗੇ। ਜੇ ਕੋਈ ਡਾਂਗ ਪਊਗੀ ਸਾਡੇ ਪਊਗੀ, ਜੇ ਬੁਛਾਰ ਪਊਗੀ ਪਾਣੀ ਦੀ ਸਾਡੇ ਅਸੀਂ ਸਾਂਭਾਂਗੇ ਪਹਿਲਾਂ ਤੁਹਾਡੇ ਤੋਂ। ਜੇ ਗ੍ਰਿਫਤਾਰੀਆਂ ਤੁਹਾਡੀਆਂ ਹੋਣਗੀਆਂ ਤਾਂ ਪਹਿਲਾਂ ਸਾਡੀਆਂ ਗ੍ਰਿਫਤਾਰੀਆਂ ਹੋਣਗੀਆਂ। ਉਹ ਸਾਰਾ ਕੁਝ ਉੱਥੇ ਜਾ ਕੇ ਬੈਠਣ। ਇਹ ਗੱਲਾਂ ਬਿਆਨਬਾਜ਼ੀਆਂ ਜਾਂ ਟਵੀਟਾਂ ਤੱਕ ਹੀ ਸੀਮਿਤ ਨੇ। ਇਹ ਲੋਕ ਨੇ ਆਰਾਮ ਨਾਲ ਸੋ ਰਹੇ ਨੇ, ਕੋਈ ਫਿਕਰ ਨਹੀਂ ਇਹਨਾਂ ਨੂੰ। ਚਾਹੀਦਾ ਤਾਂ ਹੁਣ ਤੱਕ ਕਿੰਨੇ MLAs ਦੇਖੋ 18 ਸਟੇਟਾਂ ਦੀ ਗੱਲ ਕਰਦੀਆਂ ਨੇ ਕਿਸਾਨ ਜਥੇਬੰਦੀਆਂ ਕਿ 18 ਸਟੇਟਾਂ ਦੇ ਕਿਸਾਨ ਉਹਨਾਂ ਦੇ ਨਾਲ ਨੇ, ਤੇ ਕਿੰਨੇ MLA MPs ਹੋ ਜਾਣੇ ਸੀ ਤੇ ਸਰਕਾਰ ਤੇ ਦਬਾਅ ਕਿਉਂ ਨਾ ਪੈਂਦਾ? ਇੰਨੇ ਲੋਕਾਂ ਦੇ ਲੱਖਾਂ ਲੋਕਾਂ ਦਾ ਇਕੱਠ ਹੈ, ਨਾਲ ਉਹਨਾਂ ਦੀ ਨੁਮਾਇੰਦਗੀ ਕਰਨ ਵਾਲੇ ਉਹਨਾਂ ਦੇ ਨਾਲ ਖੜੇ ਨੇ। ਤੇ ਅੱਜ ਖੱਟਰ ਜੇ ਵਿਰੋਧ ਵੀ ਕਰ ਰਿਹਾ ਲੋਕਾਂ ਦਾ, ਉਹ ਕਹਿੰਦਾ ਮੇਰੇ ਕਿਸਾਨ ਤਾਂ ਰਾਜ਼ੀ ਨੇ, ਤਾਂ ਕੱਲ੍ਹ ਨੂੰ ਵੋਟਾਂ ਲੈਣ ਜਾਣਾ। ਅੱਜ ਹੁਣ ਦਬਾਅ ਪੈ ਰਿਹਾ, ਅਗਲੇ ਨੂੰ ਆਪਣੀ ਪਾਰਟੀ ਦਾ ਹਾਈ ਕਮਾਂਡ ਦਾ ਆਰਡਰ ਦਿਖਦਾ ਠੀਕ ਹੈ, ਤਾਂ ਨਾਲ ਉਹਨੂੰ ਆਪਣੀ ਕੁਰਸੀ ਵੀ ਦਿਖਦੀ ਹੈ। ਕੁਰਸੀ ਹਾਈ ਕਮਾਂਡ ਨੇ ਤਾਂ ਨਹੀਂ ਦੇਣੀ ਤਾਂ ਲੋਕਾਂ ਨੇ ਹੈ। ਤੇ ਉਹਨਾਂ ਦੇ ਦਬਾਅ ਦੇ ਵਿੱਚ ਹੁਣ ਬਿਆਨ ਦੇ ਰਿਹਾ ਕਿ ਸੱਦਾ ਦੇ ਰਿਹਾ, ਆਜੋ ਕਹਿੰਦਾ ਗੱਲਬਾਤ ਕਰਦੇ ਆ। ਸੋ ਉਹ ਦਬਾਅ ਜ਼ਰੂਰ ਪੈਂਦਾ ਜੇ ਖੱਟਰ ਵੀ ਨਾਲ ਚੱਲਦਾ ਹਰਿਆਣੇ ਦੇ ਆਪਣੇ MLA ਲੈ ਕੇ ਕਿ ਅਸੀਂ ਵੀ ਆ ਰਹੇ ਹਾਂ, ਸਾਡੇ ਕਿਸਾਨ ਨੇ, ਇਹਨਾਂ ਨੂੰ ਸੈਟੀਸਫਾਈ ਕਰੋ, ਜਾਂ ਅਸੀਂ ਵੀ ਧਰਨੇ ਤੇ ਬੈਠੇ ਆ। ਬਿਲਕੁਲ। ਸੋ ਇਹ ਚੀਜ਼ਾਂ ਜ਼ਰੂਰੀ ਸੀਗੀਆਂ। ਸੋ ਇਹ ਸਿਰਫ ਘਰਾਂ 'ਚ ਆਰਾਮ ਕਰਨ ਜੋਗੇ ਹੀ ਨੇ, ਲੋਕਾਂ ਨੂੰ ਸਮਝ ਲੈਣਾ ਚਾਹੀਦਾ ਇਹਨਾਂ ਦਾ ਜੀ। ਇਸ ਤੋਂ ਇਲਾਵਾ ਆਪਾਂ ਗਾਇਕਾਂ ਦੀ ਭੂਮਿਕਾ ਨੂੰ ਦੇਖੀਏ, ਹਾਲਾਂਕਿ ਕਈ ਗਾਇਕ ਤਾਂ ਹੈਗੇ ਨੇ ਜਿਹੜੇ ਮੈਦਾਨ ਦੇ ਵਿੱਚ ਨੇ, ਕੰਵਰ ਗਰੇਵਾਲ ਹੋ ਗਏ, ਜਸ ਬਾਜਵਾ ਹੋ ਗਏ, ਇਸ ਤੋਂ ਇਲਾਵਾ ਹੋਰ ਵੀ ਬਹੁਤ ਗਾਇਕ ਨੇ। ਪਰ ਜੇ ਆਪਾਂ ਉਹਦੇ ਵਿਚਾਲੇ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, ਮੂਸੇਵਾਲੇ ਨੌਜਵਾਨ ਕਿਸਾਨ ਏਕਤਾ ਬਣਾਈ, ਬੈਨਰ ਲੱਗੇ ਪੰਜਾਬ ਦੇ ਵਿੱਚ, ਤੁਸੀਂ ਦੇਖਿਆ। ਉਹ ਕਹਿੰਦੇ ਜੇ ਲੋੜ ਪਈ ਤਾਂ ਦਿੱਲੀ ਜਾਵਾਂਗੇ, ਦਿੱਲੀ ਵੀ ਜਾਣ ਨੂੰ ਤਿਆਰ ਹਾਂ। ਤੇ ਅੱਜ ਉਹ ਕਿਤੇ ਨਜ਼ਰ ਨਹੀਂ ਆ ਰਿਹਾ। ਉਹਨੂੰ ਲੈ ਕੇ ਕਿੱਦਾਂ ਸੋਚਦੇ ਹੋ ਕਿ ਕਿਸ ਤਰ੍ਹਾਂ ਇੱਕ ਨੌਜਵਾਨੀ ਦਾ ਜੋਸ਼ ਜਿਹੜਾ ਉਸ ਵੇਲੇ ਆਪਣੀ ਕੋਈ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ?
ਦੇਖੋ ਜੀ, ਆਪਾਂ ਕਹਿੰਦੇ ਇਹਨਾਂ ਪਹਿਲਾਂ ਤਾਂ ਗਾਇਕਾਂ ਨੂੰ ਇੱਕ ਸਬਕ ਲੈ ਲੈਣਾ ਚਾਹੀਦਾ, ਗੀਤਕਾਰਾਂ ਨੂੰ ਤੇ ਗਾਇਕਾਂ ਨੂੰ। ਅੱਜ ਸੰਤ ਰਾਮ ਉਦਾਸੀ ਵਰਗੇ ਗੂੰਜ ਰਹੇ ਨੇ ਸਟੇਜਾਂ 'ਤੇ, ਭਾਵੇਂ ਉਹ ਸਾਡੇ ਵਿਚਕਾਰ ਨਹੀਂ ਹੈਗੇ। ਉਹਨਾਂ ਦੀਆਂ ਲਿਖਤਾਂ ਜਿਹੜੀਆਂ ਨੇ, ਉਹਨਾਂ ਦੀ ਆਵਾਜ਼ ਜਿਹੜੀ ਹੈਗੀ ਹੈ, ਉਹਨਾਂ ਨੂੰ ਸੁਣਿਆ ਜਾ ਰਿਹਾ, ਉਹਨਾਂ ਨੂੰ ਗਾਇਆ ਜਾ ਰਿਹਾ। ਇੰਨੇ ਪੁਰਾਣੇ ਨੇ, ਅੱਜ ਦੀ ਨੌਜਵਾਨ ਪੀੜ੍ਹੀ ਵੀ ਉਹਨਾਂ ਦੇ ਬੋਲ ਅੱਜ ਵੀ ਉਹਨਾਂ ਦੇ ਮਤਲਬ ਅੰਦਰ ਘਰ ਕਰ ਗਏ। ਅੱਜ ਉਹਨਾਂ ਦੇ ਬੋਲਾਂ ਦੇ ਉੱਤੇ ਉਹਨਾਂ ਦੇ ਬੋਲ ਚੱਲ ਰਹੇ ਨੇ, ਸਟੇਜਾਂ ਦੇ ਉੱਤੇ ਸੁਣਿਆ ਜਾਂਦਾ। ਜੇ ਤੁਸੀਂ ਸੁਣੋਗੇ ਦਿੱਲੀ ਦਿਆਲਾ ਵੇਖ ਜਾਂ ਕਮੀਆਂ ਦੇ ਵਿਹੜੇ, ਉਹ ਸਭ ਚੱਲ ਰਹੇ ਨੇ ਅੱਜ ਗੀਤ। ਤਾਂ ਇਹਨਾਂ ਗਾਇਕਾਂ ਨੂੰ ਸਬਕ ਲੈਣਾ ਚਾਹੀਦਾ ਕਿ ਜਿਹੜੀ ਆਸ਼ਕੀ ਮਸ਼ੂਕੀ ਜੀ ਦੀਆਂ ਇਹ ਕੈਸਟਾਂ ਕੱਢ ਕੇ ਲੋਕਾਂ ਦੀਆਂ ਜੇਬਾਂ ਲੁੱਟਦੇ ਨੇ ਜਾਂ ਨੌਜਵਾਨਾਂ ਨੂੰ ਕਰਾਹੇ ਪਾਉਂਦੇ ਨੇ, ਇਹਨਾਂ ਨੂੰ ਸਮਝ ਲੈਣਾ ਚਾਹੀਦਾ। ਇਹ ਹਥਿਆਰ ਚੱਕ ਕੇ ਟਰੈਕਟਰਾਂ ਦੇ ਫੋਟੋਆਂ ਖਿਚਾ ਕੇ ਪੋਸਟਰ ਛਪਵਾ ਕੇ ਲੋਕਾਂ ਦੇ ਜੇਬਾਂ 'ਚੋਂ ਪੈਸਾ ਲੁੱਟ ਕੇ ਐਸ਼ ਕਰਦੇ ਨੇ ਨਾ, ਉਹ ਸਮਾਂ ਜਦੋਂ ਬਦਲਦਾ ਫਿਰ ਟਾਈਮ ਨਹੀਂ ਲੱਗਦਾ। ਅੱਜ ਇਹ ਜਿਹੜੇ ਗਾਇਕ ਸਟੇਜਾਂ ਦੇ ਉੱਤੇ ਕਿਸਾਨਾਂ ਦੀ ਗੱਲ ਕਰ ਰਹੇ ਨੇ, ਇਹਨਾਂ ਦਾ ਨਾਮ ਵੀ ਹੋਣਾ, ਇਹਨਾਂ ਦਾ ਨਾਂ ਚੰਗਿਆਂ ਵਾਲੇ ਪਾਸੇ ਜਾਣਾ। ਤੇ ਉਹ ਜਿਹੜੇ ਬੈਠੇ ਨੇ ਤਾਂ ਉਹਨਾਂ ਨੂੰ ਲੋਕਾਂ ਨੇ ਸਭ ਸਿਖਾਉਣ ਲਈ ਮੁੜਨਾ ਹੀ ਹੈ ਕਿ ਦਿੱਲੀ ਸਦਾ ਵਾਸਤੇ ਤਾਂ ਨਹੀਂ ਚਲੇ ਗਏ। ਉਹ ਜਦੋਂ ਇਹਨਾਂ ਦੇ ਖਾੜਿਆਂ ਨੂੰ ਹੁਣ ਜਾਣਗੇ, ਕਿਹੜਾ ਮੂੰਹ ਲੈ ਕੇ ਜਾਣਗੇ ਲੋਕਾਂ ਦੇ ਖਾੜੇ ਲਗਾਉਣ। ਇਹ ਸਮਾਂ ਚੇਂਜ ਹੁੰਦਾ। ਚਲੋ ਅੱਜ ਜੇ ਕਰੋਨਾ ਕਰਕੇ ਜਾਂ ਕਿਸੇ ਕਰਕੇ ਜਾਂ ਕਿਸਾਨੀ ਅੰਦੋਲਨ ਕਰਕੇ ਵਿਆਹ ਸ਼ਾਦੀਆਂ 'ਚ ਰੌਣਕ ਘੱਟ ਹੈ, ਤਾਂ 2 ਸਾਲ ਇਹ ਸਾਲ ਤੋਂ ਬਾਅਦ ਅਗਲੇ ਸਾਲ 'ਚ ਰੌਣਕ ਪਰਤ ਵੀ ਸਕਦੀ ਆ। ਮਾਹੌਲ ਸੁਖਾਵਾਂ ਹੋਊਗਾ, ਫਿਰ ਕਿਹੜਾ ਮੂੰਹ ਲੈ ਕੇ ਜਾਣਗੇ, ਕਿਹੜੇ ਟਰੈਕਟਰ 'ਤੇ ਫੋਟੋ ਖਿਚਾਉਣਗੇ ਕਿ ਮੋਢੇ 'ਤੇ ਹਥਿਆਰ ਰੱਖਣਗੇ। ਅੱਜ ਆਉਂਦੇ ਸਾਹਮਣੇ ਆਉਂਦੇ, ਇਹ ਲੋਕਾਂ ਨੂੰ ਸਿਰਫ ਲੁੱਟਣ ਜੋਗੇ ਨੇ। ਗੱਲਾਂ ਲਾ ਕੇ ਭਰਮਾ ਕੇ ਆਪਣੀਆਂ ਕੈਸਟਾਂ ਚਲਾਉਣ ਦੇ, ਆਪਣੇ ਗੀਤਾਂ ਚਲਾਉਣ ਦੇ, ਆਪਣੇ ਵਿਊਜ਼ ਇਕੱਠੇ ਕਰਨ ਦੇ, ਪੈਸਾ ਇਕੱਠਾ ਕਰਨ ਦੀ ਹੋੜ ਹੈ ਇਹਨਾਂ 'ਚ। ਨਾ ਇਹਨਾਂ ਨੇ ਸਮਾਜ ਨੂੰ ਸੇਧ ਦਿੱਤੀ ਹੈ, ਨਾ ਦੇਣੀ ਹੈ, ਨਾ ਹੀ ਕਿਸੇ ਸੰਘਰਸ਼ ਦਾ ਹਿੱਸਾ ਰਹੇ ਨੇ। ਪਾਰਟੀਆਂ ਬਣਾਉਣ ਲੱਗ ਗਏ ਇਹਦੇ, ਤਾਂ ਪਾਰਟੀਆਂ ਦੇ ਵਿੱਚ ਇੱਕੋ ਹੀ ਹੁੰਦਾ ਵੀ ਸੱਤਾ ਹਾਸਲ ਕਰ ਲਈਏ ਕਿਸੇ ਤਰੀਕੇ, ਫਿਰ ਚੌਧਰ ਜੀ ਬਣੀ ਰਹੇ ਆਪਣੀ, ਆਪਾਂ ਐਸ਼ ਨਾਲ ਜੀਏ। ਕੋਈ ਮਰੇ ਕੋਈ ਜੀਵੇ, ਸਾਨੂੰ ਕੋਈ ਚੱਕਰ ਨਹੀਂ। ਸੁਥਰਾ ਕੋਲ ਪਤਾਸੇ ਬੀਬੇ ਵਾਲਾ ਕੰਮ ਹੈ ਇਹਨਾਂ ਦਾ। ਸੋ ਲੋਕਾਂ ਨੂੰ, ਖਾਸ ਕਰ ਨੌਜਵਾਨਾਂ ਨੂੰ ਮੇਰਾ ਖਿਆਲ ਨਾਲ ਸਮਝ ਲੈਣਾ ਚਾਹੀਦਾ। ਬਹੁਤ ਜ਼ਿਆਦਾ ਪੜ੍ਹੇ ਲਿਖੇ ਕਹਾਉਣ ਵਾਲੇ ਨੌਜਵਾਨ ਨੇ ਜਿਹੜੇ ਇਹਨਾਂ ਦੇ ਮਗਰ ਤੁਰੇ ਫਿਰਦੇ ਨੇ, ਦੂਜੀਆਂ ਲੱਚਰ ਗੀਤਾਂ ਨੂੰ ਪ੍ਰਮੋਟ ਕਰਦੇ ਨੇ, ਲੱਚਰ ਗਾਇਕੀ ਨੂੰ ਪ੍ਰਮੋਟ ਕਰਦੇ ਨੇ, ਗੀਤਕਾਰੀ ਨੂੰ ਪ੍ਰਮੋਟ ਕਰਦੇ ਨੇ। ਉਹ ਨੌਜਵਾਨ ਹੀ ਨੇ। ਤੇ ਉਹਨਾਂ ਨੂੰ ਅੱਜ ਤੁਸੀਂ ਦੇਖਣਾ ਚਾਹੀਦਾ ਕਿ ਤੁਸੀਂ ਜਾ ਕੇ ਬੁਛਾਰਾਂ ਖਾ ਰਹੇ ਹੋ, ਤੁਸੀਂ ਜਾ ਕੇ ਡਾਂਗਾ ਖਾਣ ਲਈ ਤਿਆਰ ਹੋ, ਤੁਹਾਡੇ ਮਾਂ-ਬਾਪ ਡਾਂਗਾ ਖਾਣ ਲਈ ਤਿਆਰ ਨੇ, ਪੱਗਾਂ ਲੁਹਾ ਰਹੇ ਨੇ, ਚੁੰਨੀਆਂ ਨੂੰ ਖਿੱਚ ਰਹੇ ਨੇ ਉੱਥੇ ਪੁਲਿਸ ਵਾਲੇ ਤੁਹਾਡੇ ਮਾਂ-ਬਾਪ ਦੀਆਂ, ਤੇ ਇਹ ਘਰਾਂ 'ਚ ਬੈਠੇ ਆਰਾਮ ਨਾਲ ਰਜਾਈਆਂ 'ਚ ਬੈਠੇ ਤਮਾਸ਼ਾ ਦੇਖ ਰਹੇ ਨੇ ਤੁਹਾਡਾ ਟੀਵੀ ਤੇ ਜਾਂ ਸੋਸ਼ਲ ਮੀਡੀਆ ਤੇ। ਜੀ, ਦੀਪ ਸਿੱਧੂ ਨੂੰ ਕਿੱਦਾਂ ਦੇਖਦੇ ਹੋ? ਦਿੱਲੀ ਪਹੁੰਚ ਗਏ ਰਾਤੋਂ ਰਾਤ, ਉੱਥੇ ਜਾ ਕੇ ਲਗਾਤਾਰ ਉਹ ਆਪਣੀਆਂ ਜਿਹੜੀਆਂ ਵੀਡੀਓਜ਼ ਨੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਨੇ, ਪਲ ਪਲ ਦੀ ਅਪਡੇਟ ਦੇ ਰਹੇ ਨੇ। ਮੈਂ ਕਿੱਥੇ ਆ, ਰਾਤ ਕਿੱਥੇ ਬਿਤਾਈ, ਰਾਹ ਦੇ ਵਿੱਚ ਕੀ ਸੀਗਾ, ਉਹਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਸਵਾਲ ਅੱਜ ਵੀ ਸ਼ੰਕੇ ਜਿਹੜੇ ਨੇ ਕਿਸਾਨ ਜਥੇਬੰਦੀਆਂ ਦੇ ਉਹਦੇ ਮਨ ਵਿੱਚ ਨੇ, ਤੇ ਕਿਸਾਨ ਜਥੇਬੰਦੀਆਂ ਦੇ ਮਨ ਵਿੱਚ ਵੀ ਹੈਗੇ ਨੇ ਕਿ ਦੀਪ ਸਿੱਧੂ ਕੌਣ ਹੈ, ਕੀ ਤੇ ਆਰਐਸਐਸ ਦਾ ਏਜੰਟ ਤਾਂ ਨਹੀਂ ਜਿਹੜਾ ਰਾਤੋਂ ਰਾਤ ਦੀਪ ਸਿੱਧੂ ਬਿਨਾਂ ਮਤਲਬ ਕਿ ਕਿਸੇ ਰੋਕ ਟੋਕ ਦੇ ਉੱਥੇ ਤੱਕ ਪਹੁੰਚ ਗਿਆ। ਹਾਲਾਂਕਿ ਰਾਹ ਦੇ ਵਿੱਚ ਕੁਝ ਤਸਵੀਰਾਂ ਆਈਆਂ ਕਿ ਕਿਤੇ 1-2 ਥਾਂ ਤੇ ਉਹਨੂੰ ਰੋਕਿਆ ਗਿਆ, ਪਰ ਫਿਰ ਵੀ ਉਹ ਬੇਖੌਫ ਹੋ ਕੇ ਦਿੱਲੀ ਤੱਕ ਕਿਵੇਂ ਪਹੁੰਚ ਗਿਆ? ਦੇਖੋ, ਇੱਕ ਚੀਜ਼ ਸੁਖਵਿੰਦਰ ਜੀ ਸਪਸ਼ਟ ਹੈ ਇੱਥੇ, ਜੇ ਲੋਕਾਂ ਦਾ ਸੰਘਰਸ਼ ਹੈ, ਲੋਕਾਂ ਦੇ ਹਿੱਤਾਂ ਦੇ ਲਈ ਹੈ, ਗੱਲ ਹੋ ਰਹੀ ਹੈ, ਤਾਂ ਕੋਈ ਵੀ ਆ ਕੇ ਜੇ ਅੱਜ ਇਹ ਗੱਲ ਕਰੇ ਕਿ ਮੈਂ ਲੋਕਾਂ ਦੇ ਹਿੱਤਾਂ ਲਈ ਖੜਾ ਹਾਂ, ਤਾਂ ਉੱਥੇ ਸਿਰਫ ਤੇ ਸਿਰਫ ਉਹਦਾ ਏਜੰਡਾ ਦੇਖਣਾ ਚਾਹੀਦਾ ਕਿ ਸੱਚੀ ਮੁੱਚੀ ਆਇਆ ਤੇ ਲੋਕਾਂ ਦੀ ਗੱਲ ਕਰ ਰਿਹਾ। ਕੈਸ਼ ਤਾਂ ਸਾਰੇ ਹੀ ਕਰ ਰਹੇ ਨੇ, ਕੌਣ ਆ ਜਿਹੜਾ ਕੈਸ਼ ਨਹੀਂ ਕਰ ਰਿਹਾ? ਉਹ ਇੱਕ ਬੰਦਾ ਆ ਕੇ ਕਹੇ ਵੀ ਹਾਂ ਇਹ ਸੱਚੀ ਮੁੱਚੀ, ਇਹ ਬਸ ਉਹ ਸਿਰਫ ਲੋਕ ਹੀ ਨੇ ਜਿਹੜੇ ਵਿਚਾਰੇ ਜਾ ਕੇ ਆਪਣਾ ਘਰ-ਬਾਰ ਛੱਡ ਕੇ, ਆਪਣੇ ਬੱਚੇ ਛੱਡ ਕੇ, ਆਪਣੀ ਜ਼ਮੀਨਾਂ ਜਾਇਦਾਦਾਂ ਕੰਮ-ਕਾਰ ਸਭ ਠੱਪ ਕਰਕੇ ਤੁਰੇ ਹੋਏ ਨੇ। ਉਹ ਸਿਰਫ ਲੋਕ ਹੀ ਨੇ। ਉਹ ਖੁਦਗਰਜ਼ੀ ਤੋਂ, ਨਿੱਜੀ ਫਾਇਦਿਆਂ ਤੋਂ ਪਰੇ ਉੱਠ ਕੇ ਆਪਣੇ ਉਹ ਸਾਰਿਆਂ ਦੇ ਲੜਨ ਵਾਲੇ ਉਹ ਨੇ। ਲੇਕਿਨ ਜਿਹੜੇ ਲੀਡ ਕਰਨ ਵਾਲੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦਾ ਮਨਸੂਬਾ ਇੱਕ ਤਾਂ ਹੁੰਦਾ ਹੈ ਨਾ, ਨਿੱਜੀ ਕੋਈ ਫਾਇਦਾ ਲੈਣਾ। ਸੋ ਅਸੀਂ ਉਸ ਚੀਜ਼ ਨੂੰ ਇੱਕ ਪਾਸੇ ਰੱਖਿਆ ਜਾਵੇ। ਉਹ ਦੂਜੀ ਚੀਜ਼ ਦੇਖੀ ਜਾਵੇ ਕਿ ਉਹ ਇੱਕ ਸੰਘਰਸ਼ ਦਾ ਹਿੱਸਾ ਤਾਂ ਬਣ ਰਹੇ ਨੇ, ਤੇ ਕਿਤੇ ਨਾ ਕਿਤੇ ਉਹਨਾਂ ਨਾਲ ਲੋਕ ਵੀ ਜੁੜੇ ਹੋਏ ਨੇ। ਇੱਕ ਸਿਆਸੀ ਪਾਰਟੀ ਵੀ ਬਣਾਈ ਸੀ ਨੇ ਦੀਪ ਸਿੱਧੂ ਨੇ, ਅਨਾਉਂਸ ਵੀ ਹੋਏ ਸੀ। ਉਦੋਂ ਸਿਆਸਤ ਵਿੱਚ ਆਉਣਾ ਵੀ ਸੁਪਨਾ ਵੀ ਹੋ ਸਕਦਾ। ਕੇਜਰੀਵਾਲ ਵਾਂਗੂ ਅੰਨਾ ਹਜ਼ਾਰੇ ਦਾ ਜਿਹੜਾ ਉਹ ਇਕੱਠ ਹੈ ਉਹ ਹੈਕ ਕਰਕੇ ਅੱਜ CM ਬਣ ਗਿਆ, ਠੀਕ ਹੈ। ਉਹ ਲੇਕਿਨ ਲੋਕਾਂ ਨੂੰ ਪਤਾ ਲੱਗਿਆ ਤਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਕਾਰਗੁਜ਼ਾਰੀ ਪਤਾ ਲੱਗੀ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਕਿੱਦਾਂ ਦਾ ਹੈ। ਤਾਂ ਜਿਹੜੇ ਬੰਦੇ ਨੂੰ ਅੱਛਾ ਸਮਝਦੇ ਨੇ ਨਾਲ ਜੁੜੇ ਹੋਏ ਨੇ, ਜਿਹੜੇ ਨਹੀਂ ਸਮਝ ਰਹੇ ਉਹ ਵੱਖ ਵੀ ਹੋ ਗਏ, ਉਹਦੇ ਆਪਦੇ ਬੰਦੇ ਵੱਖ ਹੋ ਗਏ। ਸੋ ਇਸ ਤਰ੍ਹਾਂ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਸਿੱਧੂ ਦੀਆਂ ਕਾਰਵਾਈਆਂ ਹੋਣਗੀਆਂ, ਜੇ ਤਾਂ ਲੋਕ ਹਿੱਤ 'ਚ ਹੋਈਆਂ
ਤੈਨੂੰ ਸਾਥ ਮਿਲਦਾ ਜਾਊਗਾ, ਜੋ ਇਹ ਚਾਹੁੰਦਾ ਉਹ ਵੀ ਪੂਰਾ ਹੁੰਦਾ ਜਾਊਗਾ। ਤੇ ਜੇ ਇਹ ਲੱਗਿਆ ਵੀ ਲੋਕ ਹਿੱਤਾਂ ਦਾ ਸਹਾਰਾ ਲੈ ਕੇ ਇਹਨੇ ਆਪਣੀ ਡਫਲੀ ਵਜਾਉਣੀ ਸੀ ਤਾਂ ਇਹਨੂੰ ਲੋਕ ਦਰਕਨਾਰ ਵੀ ਕਰ ਦੇਣਗੇ। ਪਰ ਫਿਲਹਾਲ ਸਮੇਂ ਦੀ ਲੋੜ ਇਹੀ ਹੈ ਕਿ ਜੋ ਆਉਂਦਾ ਆਵੇ, ਉਸ ਲੋਕ ਸੰਘਰਸ਼ ਦਾ ਹਿੱਸਾ ਬਣਦਾ ਤਾਂ ਬਣੇ, ਉਹਦੇ ਤੇ ਕੋਈ ਬਹੁਤਾ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਵਾਰ ਫਿਰ ਤੋਂ ਵਾਗਡੋਰ ਜਿਹੜੀ ਹੈ ਬੀਬੀ ਜਗੀਰ ਕੌਰ ਨੂੰ ਦਿੱਤੀ ਗਈ ਹੈ, ਇਹਨੂੰ ਲੈ ਕੇ ਕਿੱਦਾਂ ਸੋਚਦੇ ਹੋ ਕਿ ਨਾਲੋਂ ਨਾਲ ਇੱਕ ਮਤਾ ਵੀ ਜਿਹੜਾ ਉੱਥੇ ਰੱਦ ਕੀਤਾ ਗਿਆ ਰਾਮ ਰਹੀਮ ਨੂੰ ਮਾਫ ਕਰਨ ਦਾ? ਦੇਖੋ, ਪਹਿਲਾਂ ਤਾਂ ਗੱਲ ਇਹੀ ਹੈ ਕਿ ਬੀਬੀ ਜਗੀਰ ਕੌਰ ਪਹਿਲਾਂ ਵੀ ਲੰਮਾ ਸਮਾਂ ਕਹਿ ਲਓ ਇਹ ਤੋਂ ਪ੍ਰਧਾਨਗੀ ਤੋਂ ਦੂਰ ਰਹਿਣ ਤੋਂ ਇਲਜ਼ਾਮਾਂ ਦੇ ਘੇਰੇ 'ਚ ਰਹੇ ਨੇ ਤੇ ਕਈ ਤਰ੍ਹਾਂ ਦੇ ਇਲਜ਼ਾਮ ਲੱਗਦੇ ਰਹੇ ਹੈ। ਇੱਥੋਂ ਤੱਕ ਕਿ ਪ੍ਰਧਾਨਗੀ ਛੱਡਣ ਦਾ ਕਾਰਨ ਵੀ ਉਹੀ ਇਲਜ਼ਾਮ ਰਹੇ ਨੇ, ਸਭ ਨੂੰ ਪਤਾ ਹੀ ਹੈ। ਦੂਜੀ ਗੱਲ, ਇਹਦੇ ਵਿੱਚ ਮੈਂ ਇੱਕ ਗੱਲ ਵੱਖਰੀ ਕਰਨੀ ਚਾਹੂੰਗਾ ਕਿ ਇੱਕ ਪਾਸੇ ਲੋਕ ਸੰਘਰਸ਼ ਚੱਲ ਰਿਹਾ ਹੈ, ਪੰਜਾਬ ਦੇ ਲੋਕ ਲੜਨ ਲਈ ਬਾਹਰ ਨਿਕਲੇ ਹੋਏ ਨੇ, ਦਿੱਲੀ ਵੱਲ ਕੂਚ ਕੀਤਾ ਗਿਆ ਸਭ ਨੇ, ਤੇ ਐਡੀ ਛੇਤੀ ਪ੍ਰਧਾਨ ਬਦਲਣ ਦੀ ਜਾਂ ਪ੍ਰਧਾਨਗੀ ਦੀ ਹੋੜ ਕਹਿ ਲਓ ਲੱਗੀ ਹੋਈ ਸੀ ਵੀ ਪ੍ਰਧਾਨ ਬਦਲ ਦੋ, ਰੌਲੇ ਗੋਲੇ ਦੇ ਵਿੱਚ ਕਰਤਾ ਕੰਮ, ਜਾਂ ਇਹਦੀ ਲੋੜ ਵੀ ਕੋਈ ਨਹੀਂ ਸੀ। ਖਾਸ ਕਰ ਇੱਕ ਪ੍ਰਧਾਨ ਸੀਗਾ, ਜੇ 10 ਦਿਨ ਇਹ ਚੀਜ਼ ਟਲ ਸਕਦੀ ਸੀ, ਕੋਈ ਗੱਲ ਨਹੀਂ ਸੀ ਖਾਸ ਕਰ। ਤੇ ਤੀਜੀ ਗੱਲ ਇਹ ਹੈ ਕਿ ਜਿੱਦਾਂ ਤੁਸੀਂ ਗੱਲ ਕੀਤੀ ਕਿ ਆਏ ਆ ਪ੍ਰਧਾਨ ਬਣੇ ਹੈ, ਮਤਾ ਜਿਹੜਾ ਰੱਦ ਕਰ ਦਿੱਤਾ ਹੈ, ਉਹ ਆਹੀ ਕਹਿ ਸਕਦੇ ਹਾਂ ਕਿ ਆਪਾਂ ਕਿ ਕਿਤੇ ਨਾ ਕਿਤੇ ਸਿਆਸਤ ਜਿਹੜੀ ਸ਼ਰੇਆਮ ਝਲਕ ਰਹੀ ਹੈ, ਇਹਦੇ ਵਿੱਚੋਂ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲਗਾਤਾਰ ਇਹ ਗੱਲ ਕੀਤੀ ਜਾਣੀ ਹੈ ਵੀ ਜਿਹੜਾ ਗ੍ਰਾਫ ਅਕਾਲੀ ਦਲ ਬਾਦਲ ਦਾ ਘਟਿਆ ਉਹਨੂੰ ਕਿਤੇ ਨਾ ਕਿਤੇ ਚੱਕਿਆ ਜਾਵੇ, ਕਿਸੇ ਤਰੀਕੇ ਹੋਵੇ। ਇੱਥੇ ਇਹ ਗੱਲ ਸਾਫ਼ ਵੀ ਹੋ ਗਈ, ਜੇ ਮਤਾ ਪਿਆ ਸੀ, ਮਾਫੀ ਦਿੱਤੀ ਗਈ ਸੀ ਤਾਂ ਹੀ ਰੱਦ ਹੋਇਆ। ਮਤਾ ਕੋਈ ਬਾਹਰੋਂ ਬੰਦੇ ਤਾਂ ਆ ਕੇ ਨਹੀਂ ਪਾ ਕੇ ਚਲੇ ਗਏ ਵੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਿਆ, ਕੋਈ ਕਿਸੇ ਨੇ ਬਾਹਰੋਂ ਪਤਾ ਵੀ ਰੱਦ ਕਰਤਾ। ਹੁਣ ਅਸੀਂ ਆਹੀ ਬੰਦੇ ਸੀਗੇ, ਇਹਨਾਂ ਨੂੰ ਹੀ ਪਤਾ ਸੀਗਾ। ਜੇ ਇਹਨਾਂ ਨੂੰ ਪਤਾ ਸੀ ਮਤੇ ਵਾਲੇ ਪਾਸੇ ਜਾਂ ਮਤਾ ਪਾਸ ਕਰਨ ਵਾਲੇ ਪਾਸੇ ਦੀ ਧਿਰ ਨਹੀਂ ਸੀਗੇ, ਲੇਕਿਨ ਉਹ ਧਿਰ ਤਾਂ ਹੈਗੇ ਸੀ ਜਿਹੜੀ ਮਤਾ ਪਾਸ ਕਰਵਾਉਣ ਵਾਲਿਆਂ 'ਚ ਸੀ, ਤਾਂ ਉਦੋਂ ਵਿਰੋਧ ਕਿਉਂ ਨਹੀਂ ਕੀਤਾ ਗਿਆ? ਬਿਲਕੁਲ, ਸਵਾਲ ਤਾਂ ਇਹੀ ਹੈ ਨਾ ਕਿ ਉਦੋਂ ਮਤਾ ਹੁਣ ਤੱਕ ਕਿਉਂ ਨਹੀਂ ਰੱਦ ਕੀਤਾ ਗਿਆ? 2007 ਦੀ ਗੱਲ ਹੈ ਤੇ ਇੱਥੇ ਤੱਕ ਪਹੁੰਚ ਗਿਆ ਮਾਮਲਾ, ਹੁਣ ਕਿਤੇ ਆ ਕੇ ਨਮੋਸ਼ੀ ਝੱਲਦੇ ਮਾਰਿਆਂ ਨੂੰ ਰੱਦ ਕਰਨਾ ਪਿਆ। ਹਾਂ ਬਿਲਕੁਲ ਬਿਲਕੁਲ, ਜਦੋਂ ਮਤਾ ਪਿਆ ਤਾਂ ਮਤਾ ਪਾਉਣ ਵਾਲੀਆਂ ਧਿਰਾਂ ਦੇ ਬੰਦੇ ਤਾਂ ਸੀਗੇ ਨਾ, ਇਹ ਉਹਨਾਂ ਦਾ ਸਾਥ ਦੇਣ ਵਾਲੇ ਬੰਦੇ ਤਾਂ ਸੀਗੇ ਨਾ। ਜੇ ਲੱਗਦਾ ਸੀ ਕਿ ਮਤਾ ਗਲਤ ਪੈ ਗਿਆ, ਉਹ ਬੰਦੇ ਸਾਡੇ ਹੀ ਨੇ, ਪਰ ਉਹਨਾਂ ਨੂੰ ਪਤਾ ਨਹੀਂ ਸੀ, ਜਾਂ ਨਾ ਸਮਝੀ 'ਚ ਪੈ ਗਿਆ, ਜਾਣਪਣੇ 'ਚ ਪੈ ਗਿਆ, ਜਾਂ ਕਿਸੇ ਦੀ ਸਿਆਸਤ ਜਾਂ ਕਿਸੇ ਦੀ ਸਾਜ਼ਿਸ਼ ਤਹਿਤ ਪੈ ਗਿਆ, ਉਸੇ ਟਾਈਮ ਇਹੀ ਬੰਦੇ ਵਿਰੋਧ ਕਰਦੇ ਜਿਹੜੇ ਅੱਜ ਆ ਕੇ ਮਤਾ ਰੱਦ ਕਰਦੇ ਨੇ। ਇਹਨਾਂ ਨੇ ਉਦੋਂ ਵਿਰੋਧ ਕਿਉਂ ਨਹੀਂ ਕੀਤਾ ਵੀ ਚਾਹੇ ਤੁਸੀਂ ਆਪਣੇ ਹੋ, ਪਰ ਇਹ ਸਿੱਖ ਪੰਥ ਦਾ ਮਾਮਲਾ ਹੈ, ਪੰਥ ਦਾ ਮਾਮਲਾ ਹੈ, ਸਿੱਖ ਕੌਮ ਦਾ ਮਾਮਲਾ ਹੈ, ਤੁਸੀਂ ਕਿਵੇਂ ਪਤਾ ਅਸੀਂ ਤੁਹਾਡੇ ਵਿਰੁੱਧ ਹੈ। ਉਦੋਂ ਹੀ ਰੱਦ ਕਰਾਉਣਾ ਸੀਗਾ, ਅੱਜ ਰੱਦ ਕਰਾਉਣ ਦੀ ਲੋੜ ਕੀ ਪੈ ਗਈ? ਉਦੋਂ ਹਿੱਸਾ ਨਹੀਂ ਸੀਗੇ ਇਹ। ਜੇ ਹਿੱਸਾ ਨਹੀਂ ਸੀਗੇ ਤੇ ਫਿਰ ਅੱਜ ਉਹਨਾਂ ਦੀ ਗੱਦੀਆਂ ਤੇ ਕਿਉਂ ਬੈਠ ਰਹੇ ਨੇ? ਉਹਨਾਂ ਦੀਆਂ ਕੁਰਸੀਆਂ ਜਾ ਕੇ ਪ੍ਰਧਾਨਗੀ ਜਾਂ ਹੋਰ ਕੁਰਸੀਆਂ ਕਿਉਂ ਮੱਲ ਰਹੇ ਨੇ, ਜਾ ਕੇ ਕਿਉਂ ਆਪਣਾ ਨਾਮ ਪੇਸ਼ ਹੋਣ ਦਿੰਦੇ ਨੇ? ਤੇ ਉਹ ਚੀਜ਼ਾਂ ਸਾਰੀਆਂ ਇਹ ਗੱਲ ਦਾ ਪ੍ਰੋੜਤਾ ਤਾਂ ਕਰ ਰਹੀਆਂ ਨੇ ਨਾ, ਸਬੂਤ ਦੇ ਰਹੀਆਂ ਨੇ ਪੱਕੇ ਤੌਰ ਤੇ ਕਿ ਸਭ ਨੂੰ ਪਤਾ ਸੀ ਮਤਾ ਪਿਆ, ਮਾਫੀ ਦਿੱਤੀ ਗਈ। ਰੌਲਾ ਪਾਉਂਦੇ ਸੀ ਇਹ ਨਹੀਂ ਹੋਇਆ ਜਾਂ ਨਹੀਂ ਹੋਇਆ, ਸਾਨੂੰ ਨਹੀਂ ਪਤਾ। ਉਹ ਸਾਰਾ ਕੁਝ ਅੱਜ ਇਹਨਾਂ ਨੇ ਸਾਬਤ ਆਪ ਹੀ ਕਰਤਾ ਕਿ ਮਤਾ ਪਿਆ ਸੀ, ਹੁਣ ਅਸੀਂ ਰੱਦ ਕਰ ਰਹੇ ਹਾਂ। ਤਾਂ ਲੋਕਾਂ ਦਾ ਭਰੋਸਾ ਜਿੱਤਣ ਦੇ ਲਈ ਕੀਤਾ ਜਾ ਰਿਹਾ। ਅਦਰਵਾਈਜ਼ ਅੱਗੇ ਜਾ ਕੇ ਵੋਟਾਂ ਵੇਲੇ ਕੀ ਸਮਝੌਤਾ ਹੁੰਦਾ, ਡੇਰੇਦਾਰਾਂ ਨੂੰ ਫੇਰ ਕਿਤੇ ਨੇੜੇ ਲਾਉਂਦੇ ਜਾਂ ਕਿਸ ਡੇਰੇ ਨਾਲ ਕਿੱਦਾਂ ਦੀ ਸਿਆਸੀ ਸਾਂਝ ਪੈਂਦੀ ਹੈ, ਸਮਾਂ ਦੱਸੇਗਾ। ਇੱਕ ਬੰਗਲਾ ਸਾਹਿਬ ਗੁਰਦੁਆਰਾ ਦਿੱਲੀ ਦੇ ਵਿੱਚ ਜੋ ਹਰਕਤ ਹੋਈ ਹੈ, ਇੱਕ ਵਿਅਕਤੀ ਨੇ ਆ ਕੇ, ਆਨੰਦ ਨਾਂ ਦੱਸਿਆ ਜਾ ਰਿਹਾ ਕਿ ਉਹਨੇ ਗੁਰੂ ਸਾਹਿਬ ਦੇ ਜਿੱਥੇ ਪ੍ਰਕਾਸ਼ ਕੀਰਤਨ ਦਾ ਉਸ ਥੜੇ ਦੇ ਉੱਤੇ ਆ ਕੇ ਜਿਹੜਾ ਉਹ ਲੰਮਾ ਪੈ ਗਿਆ, ਜਾਂ ਜੋ ਵੀ ਉਹਨੇ ਕੀਤਾ। ਉਸ ਤੋਂ ਬਾਅਦ ਸੰਗਤ ਨੇ ਕੁੱਟਮਾਰ ਕੀਤੀ, ਫਿਰ ਪੁਲਿਸ ਦੇ ਹਵਾਲੇ ਕੀਤਾ। ਇਹਨੂੰ ਸਭ ਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਅੱਜ ਤੱਕ ਕਦੇ ਦਿੱਲੀ ਤੋਂ ਇਹੋ ਜਿਹੀ ਘਟਨਾ ਜਿਹੜੀ ਆ ਉਹ ਸਾਹਮਣੇ ਦੇਖਣ ਨੂੰ ਨਹੀਂ ਮਿਲੀ, ਉਹ ਵੀ ਇੰਨਾ ਵੱਡਾ ਗੁਰਦੁਆਰਾ ਜਿੱਥੋਂ ਲਾਈਵ ਚੱਲਦਾ, ਉੱਥੋਂ ਹਰ ਵੇਲੇ ਪ੍ਰਸਾਰਨ ਗੁਰਬਾਣੀ ਦਾ ਚੱਲਦਾ, ਉਸ ਦੌਰਾਨ ਜਿਹੜਾ ਅੰਮ੍ਰਿਤ ਵੇਲੇ ਇਹੋ ਜਿਹੀ ਘਟਨਾ ਹੋਣਾ, ਕਿਤੇ ਨਾ ਕਿਤੇ ਸ਼ੱਕ ਨਹੀਂ ਜਾਪਦਾ ਕਿ ਕਿਸਾਨੀ ਸੰਘਰਸ਼ ਨੂੰ ਜਾਂ ਇਸ ਦੇ ਦੌਰਾਨ ਹੀ ਇਹੋ ਜਿਹੀ ਗੱਲ ਕਿਉਂ ਸਾਹਮਣੇ ਆਈ? ਬਿਲਕੁਲ ਸੁਖਵਿੰਦਰ ਜੀ, ਜਿੱਥੇ ਨਾ ਪੰਜਾਬ ਦੇ ਲੋਕਾਂ ਦੀਆਂ ਖਾਸ ਕਰ ਸਿੱਖਾਂ ਦੀਆਂ ਧਾਰਮਿਕ ਭਾਵਨਾ ਜੁੜੀਆਂ ਹੁੰਦੀਆਂ ਨੇ, ਔਰ ਇੱਕ ਪਾਸੇ ਐਡੇ ਵੱਡੇ ਅੰਦੋਲਨ ਦੀ ਪੈਰਵੀ ਕਰ ਰਹੇ ਹੋਣ, ਅਗਵਾਈ ਕਰ ਰਹੇ ਹੋਣ ਪੰਜਾਬੀ, ਖਾਸ ਕਰ ਸਿੱਖ, ਤਾਂ ਉਹਨਾਂ ਦਾ ਧਿਆਨ ਇਸ ਗੱਲ ਤੋਂ ਬਦਲਣ ਦੇ ਲਈ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਣੀਆਂ ਲਾਜ਼ਮੀ ਨੇ। ਕਿਉਂਕਿ ਇਹ ਦੇਖਣ ਨੂੰ ਤਾਂ ਵੈਸੇ ਹੀ ਛੋਟੀ ਗੱਲ ਲੱਗਦੀ ਆ ਕਿ ਕੋਈ ਗੱਲ ਨਹੀਂ, ਲੇਕਿਨ ਜਦੋਂ ਕਿਸੇ ਸਿੱਖ ਦੇ ਸਾਹਮਣੇ ਗੱਲ ਵਾਪਰੂਗੀ ਤਾਂ ਉਹਦਾ ਗਰਦਨ ਲਾਉਣ ਤੱਕ ਤੁਰ ਜਾਂਦਾ, ਗੁਰੂ ਸਾਹਿਬ ਵਾਸਤੇ ਆਪਣੀ ਜਾਨ ਹਾਜ਼ਰ ਕਰ ਦਿੰਦਾ ਉਹ। ਤੇ ਹੁਣ ਦੇਖੋ ਤੁਸੀਂ, ਉਹ ਤਾਮਿਲਨਾਡੂ ਦਾ ਬੰਦਾ ਦੱਸਿਆ ਜਾ ਰਿਹਾ, ਠੀਕ ਹੈ, ਉਹ ਬੰਦਾ ਆਨੰਦ ਨਾਂ ਦਾ ਜਿਹੜਾ ਬੰਦਾ ਦੱਸਿਆ, ਤਾਮਿਲਨਾਡੂ ਦਾ ਵਸਨੀਕ ਦੱਸਿਆ ਜਾ ਰਿਹਾ। ਤੇ ਹੁਣ ਗੱਲ ਹੋ ਰਹੀ ਕਿ ਪੁਲਿਸ ਨੇ ਕੇਸ ਤਾਂ ਦਰਜ ਕਰ ਲਿਆ, ਕੁੱਟਮਾਰ ਵੀ ਹੋਲੀ,
ਉਹਦੀ ਮਨਸਾ ਜਾਣਨ ਦੀ ਬਜਾਏ ਉਹਦੇ ਪਿੱਛੇ ਕੀ ਸਿਆਸਤ ਸੀ ਜਾਂ ਕੀ ਸਾਜ਼ਿਸ਼ ਸੀ, ਕਿਹਨੇ ਭੇਜਿਆ ਸੀ, ਕਿਹਨੇ ਸਿਖਾਇਆ, ਜਾਂ ਉਹਦੇ ਮਨ 'ਚ ਇਹ ਗੱਲ ਕਰਨ ਦੀ ਕਿਉਂ ਆਈ ਕਿ ਮੈਂ ਇਹ ਕੰਮ ਕਰਾਂ, ਕਿੱਥੇ ਦੇਖਿਆ ਉਹਨੇ, ਸਿਰਫ ਸਿੱਖ ਧਰਮ ਨੂੰ ਹੀ, ਗੁਰਦੁਆਰਾ ਹੀ ਕਿਉਂ ਚੁਣਿਆ ਉਹਨੇ। ਇਹ ਚੀਜ਼ਾਂ ਸਾਰੀਆਂ ਘੋਖਣ ਦੀ ਬਜਾਏ ਉਹ ਬਿਆਨ ਆ ਰਿਹਾ ਕਿ ਪੁਲਿਸ ਉਹਦੀ ਮਾਨਸਿਕ ਦਸ਼ਾ ਦੇਖ ਰਹੀ ਹੈ ਕਿ ਮਾਨਸਿਕ ਦਸ਼ਾ ਉਹਦੀ ਠੀਕ ਹੈ। ਅਤੇ ਉਹ ਇਹ ਹੁਣ ਤੱਕ ਦੀਆਂ ਜਿੰਨੀਆਂ ਵੀ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਨੇ, ਸਾਰਿਆਂ ਦੇ ਵਿੱਚ ਇੱਕੋ ਹੀ ਗੱਲ ਸਾਹਮਣੇ ਆ ਰਹੀ ਹੈ ਕਿ ਮਾਨਸਿਕ ਦਸ਼ਾ ਖਰਾਬ ਸੀ ਜੀ ਉਹਦੀ। ਅਤੇ ਉਹ ਮਾਨਸਿਕ ਦਸ਼ਾ ਕੇਵਲ ਗੁਰਦੁਆਰਾ ਸਾਹਿਬ 'ਚ ਆ ਕੇ ਕਿਉਂ ਖਰਾਬ ਹੋ ਜਾਂਦੀ ਹੈ ਬਈ, ਬਾਕੀ ਥਾਵਾਂ 'ਤੇ ਕਿਉਂ ਨਹੀਂ ਹੁੰਦੀ? ਕਿਤੇ ਹੋਰ ਅੱਜ ਤੱਕ ਤਾਂ ਕਦੇ ਆਇਆ ਨਹੀਂ ਕਿ ਕਿਤੇ ਜਾ ਕੇ ਇਹਨੇ ਉਸ ਬੰਦੇ ਨੇ ਕਿਸੇ ਐਸਾ ਕੰਮ ਕੀਤਾ ਹੋਵੇ, ਕਿਸੇ ਪੋਲੀਟੀਸ਼ੀਅਨ ਨੂੰ ਫੜ ਲਿਆ ਹੋਵੇ ਗਲ ਤੋਂ, ਉਹਦੀ ਮਾਨਸਿਕ ਦਸ਼ਾ ਠੀਕ ਨਹੀਂ ਸੀ, ਜਾਂ ਕਿਸੇ ਪੁਲਿਸ ਅਧਿਕਾਰੀ ਦੇ ਗਲ ਪੈ ਗਿਆ ਹੋਵੇ, ਉਹਦੀ ਮਾਨਸਿਕ ਦਸ਼ਾ ਠੀਕ ਨਹੀਂ ਸੀ, ਜਾਂ ਕਿਸੇ ਹੋਰ ਵੱਡੇ ਰੈਪਿਊਟਡ ਬੰਦੇ ਨੂੰ ਫੜ ਲਿਆ ਹੋਵੇ, ਕਿਸੇ ਥੱਪੜ ਮਾਰਿਆ ਹੋਵੇ, ਮਾਨਸਿਕ ਦਸ਼ਾ ਠੀਕ ਨਹੀਂ ਸੀ, ਉਦੋਂ ਸਭ ਕੁਝ ਠੀਕ ਹੋ ਜਾਂਦਾ, 1 ਮਿੰਟ ਲੱਗਦਾ ਜੇਲ੍ਹ ਭੇਜਣ ਨੂੰ। ਪਰ ਇੱਕ ਸਿੱਖ ਧਰਮ ਦੇ ਵਿੱਚ ਇੱਦਾਂ ਦੀ ਬੇਅਦਬੀ ਕਰ ਦਿਓ ਅਤੇ ਤੁਹਾਨੂੰ ਮਾਨਸਿਕ ਸੰਤੁਲਨ ਖਰਾਬ ਹੈ, ਇਹਦਾ ਗਵਾਚਿਆ ਹੋਇਆ, ਠੀਕ ਹੈ, ਉਹ ਕਹਿ ਕੇ ਉਹਨੂੰ ਮਾਫੀ ਦੇ ਦਿੱਤੀ ਜਾਂਦੀ ਹੈ, ਛੱਡ ਦਿਆ ਜਾਂਦਾ। ਲੋੜ ਤਾਂ ਇੱਥੇ ਹੀ ਆ, ਜਦੋਂ ਤੁਸੀਂ ਜਾ ਕੇ ਕਿਸੇ ਨੂੰ ਬੰਦੇ ਨੂੰ ਮਾਫੀ ਦੇ ਦਿੰਦੇ ਹੋ ਤਾਂ ਪਹਿਲਾਂ ਸਮਝਣ ਦੀ ਲੋੜ ਹੈ। ਜਿਹੜੀਆਂ ਕਾਰਵਾਈਆਂ ਕਰਦੇ ਹੋ ਇੱਥੇ ਬੈਠ ਕੇ ਤਖਤਾਂ ਦੇ ਮਾਲਕ ਬਣ ਕੇ ਤੁਸੀਂ ਪੰਥ ਦੀ ਅਗਵਾਈ ਕਰਦੇ ਹੋ, ਤਾਂ ਤੁਹਾਨੂੰ ਲੋੜ ਤਾਂ ਇਹੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਨੱਥ ਪਾਉਣ ਲਈ ਕਾਰਵਾਈਆਂ ਕਰੋ, ਕੋਰਟਾਂ ਦੇ ਵਿੱਚ ਘੜੀਸੋ ਇਹਨਾਂ ਦਾ ਪਿੱਛਾ ਪਤਾ ਕਰੋ, ਇਹਨਾਂ ਦਾ ਪਿਛੋਕੜ ਕੀ ਸੀ, ਕਿੱਥੋਂ ਚੱਲੇ ਨੇ ਇਹ। ਤੁਹਾਡੇ ਕੋਲ ਆਪਣਿਆਂ ਨੂੰ ਕੁੱਟਣ ਲਈ ਟਾਸਕ ਫੋਰਸਾਂ ਬਣਾਉਣ ਦੀ ਤਾਂ ਸਮਝ ਨਹੀਂ, ਇਹਨਾਂ ਲੋਕਾਂ ਨੂੰ ਨੱਥ ਪਾਉਣ ਲਈ ਲੋੜ ਆ। ਅੱਗੇ ਆਓ, ਇਹਨਾਂ ਲੋਕਾਂ ਨੂੰ ਨੱਥ ਪਾਓ ਜ਼ਰੂਰ। ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਅੱਜ ਦੇ ਲਈ ਫਿਲਹਾਲ ਇੰਨਾ ਹੀ। ਤੁਹਾਨੂੰ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਧੰਨਵਾਦ।